जीती सिद्धू दी जिहड़ी लड़ाई है इलैक्शन दी, वो बिल्कुल स्पष्ट तौर पे मैं कह सकदा बिल्कुल कि वो मेयर दी ही लड़ाई चलेगी। हुण होएगा की कि एक पासों मनजीत सिंह परमजीत सिंह कालों ते एक पासों KNS सोढी। हुण ये जिहड़ा तकोणा मुकाबला होर भी कोई कैंडीडेट आ सकदा हाले, ये तीन जिहड़े ने तां हुण ऐलानियां हो गए ते मूवमेंट चल रही है इन्हां दी। मतलब ये इत्थे तां पूरी जिहड़ी है ना मोहाली दा पूरा फोकस दे नाल हो सकदा पंजाब दा भी फोकस इस सीट ते हो जावे। बिल्कुल जी, क्योंकि सेहत मंत्री दा दा लगना बीइंग सेहत मंत्री, बिल्कुल तुहाडी गल ये भी सेहत मंत्री दा भरा कैंडीडेट होवे ते नैचुरली वो तां मतलब कि तुसीं सोच सकदे हो भी उत्थे किस लैवल दी इलैक्शन लड़ी जानी, वो MLA तो वड्डी इलैक्शन हो जानी। मनजीत सिंह सेठी इत्थों डिप्टी मेयर ने साबका, यही कुलवंत सिंह दे नाल मेयर दे नाल ਇਹ ਹੁਣ ਸਾਬਕਾ ਡਿਪਟੀ ਮੇਅਰ ਹੋਏ ਨੇ। ਦੂਜੇ ਪਾਸੇ ਜਿਹੜੀ ਨਗਰ ਕੌਂਸਲ ਹੁੰਦੀ ਸੀ 2006 ਵਾਲੀ, 2006 ਤੋਂ ਜਿਹੜੀ 2011 ਤੱਕ ਚੱਲੀ, ਉਹਦੇ ਵਿੱਚ ਇੱਕ ਪਾਰਟ ਦੇ ਵਿੱਚ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਨਗਰ ਕੌਂਸਲ ਦਾ, ਉਹ ਹਰਮਨਪ੍ਰੀਤ ਸਿੰਘ ਪ੍ਰਿੰਸ ਸੀ। ਹੁਣ ਕੀ ਕੀਤਾ ਗਿਆ ਹੈ ਕਿ ਫੇਜ਼ 3A ਜਿੱਥੋਂ ਮਨਜੀਤ ਸਿੰਘ ਸੇਠੀ ਚੁਣੇ ਗਏ, ਫੇਜ਼ 3B1 ਜਿੱਥੋਂ ਹਰਮਨਪ੍ਰੀਤ ਸਿੰਘ ਪ੍ਰਿੰਸ ਚੁਣੇ ਗਏ, ਇਹ ਦੋਨਾਂ ਦਾ ਵਾਰਡ ਇਕੱਠਾ ਹੈ ਹੁਣ ਇਸ ਵਾਰ। ਸੋ ਇਹ ਵੀ ਬੜਾ ਦਿਲਚਸਪ, ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਔਰ ਉਸ ਟਾਈਮ ਬਕਾਇਦਾ ਤੌਰ ਤੇ ਦੋਸ਼ ਲੱਗਦੇ ਰਹੇ ਕਿ ਵਾਰਡਬੰਦੀ ਦੇ ਵਿੱਚ ਬੜੀ ਭਾਰੀ ਤੋੜ ਫੋੜ ਕੀਤੀ। ਹਾਸੇ ਦੀ ਇੱਕ ਗੱਲ ਜ਼ਰੂਰ ਨਿਕਲ ਕੇ ਆ ਰਹੀ ਹੈ ਕਿ ਜੇ ਲੇਡੀਜ਼ ਆਪਣਾ ਇੱਕਾ ਕਰ ਲੈਣ ਤਾਂ ਉਹਨਾਂ ਦਾ ਮੇਅਰ ਪੱਕਾ ਹੈ। ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਉਹ ਮਤਲਬ ਰਿਗਾਰਡਲੈਸ ਆਫ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸਵਿੰਦਰਪਾਲ BSH ਨਿਊਜ਼ ਪੁਆਇੰਟ 'ਚ ਤੁਹਾਡਾ ਸਵਾਗਤ ਹੈ। ਤੇ ਗੱਲ ਕਰਦੇ ਹਾਂ ਮੀਡੀਆ ਦੀ ਭੂਮਿਕਾ ਹੁੰਦੀ ਹੈ ਜਾਗਰੂਕ ਕਰਨਾ, ਤੇ ਅਸੀਂ ਵੀ ਹੁਣ ਇੱਕ ਜਾਗਰੂਕ ਮੁਹਿੰਮ ਵੀ ਹੈ ਤੇ ਨਾਲ ਲੋਕਾਂ ਨੂੰ ਇਹ ਵੀ ਦੱਸਣ ਜਾ ਰਹੇ ਹਾਂ ਕਿ ਮੋਹਾਲੀ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦਾ ਹਾਲ ਕੀ ਹੈ। ਇਸ ਹਾਲ ਨੂੰ ਜਾਣਨ ਲਈ ਸਾਡੇ ਨਾਲ ਜੁੜੇ ਨੇ ਸੰਪਾਦਕ ਸਾਹਿਬ ਕੁਲਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਤੇ ਮੇਰਾ ਪਹਿਲਾ ਹੀ ਸਵਾਲ ਹੈ ਤੁਹਾਨੂੰ ਕਿ ਕੀ ਚੱਲ ਰਿਹਾ ਮੋਹਾਲੀ ਨਗਰ ਕੌਂਸਲ। ਮੈਂ ਤੁਹਾਨੂੰ ਨਾ ਇਹਦੀ ਕੋਈ ਥੋੜੀ ਜਿਹੀ ਬੈਕਗ੍ਰਾਉਂਡ ਦੱਸਦਾ। ਮੋਹਾਲੀ ਨਗਰ ਕੌਂਸਲ 2006 ਵਿੱਚ ਜਿਹੜੀ ਚੁਣੀ ਗਈ ਉਹ 2011 ਵਿੱਚ ਭੰਗ ਕਰ ਦਿੱਤੀ ਗਈ ਸੀ ਤੇ 2011 ਵਿੱਚ ਇਹਨੂੰ ਨਗਰ ਨਿਗਮ ਬਣਾ ਦਿੱਤਾ ਗਿਆ। ਨਗਰ ਨਿਗਮ ਬਣਨ ਤੋਂ ਬਾਅਦ ਲਗਭਗ 4 ਸਾਲ ਇਹ ਐਡਮਿਨਿਸਟ੍ਰੇਟਰ ਦੇ ਅਧੀਨ ਹੀ ਚੱਲਦੀ ਰਹੀ। 2015 ਦੇ ਵਿੱਚ ਇਹਦੀਆਂ ਚੋਣਾਂ ਹੋਈਆਂ, ਫਰਵਰੀ 2015 ਦੇ ਵਿੱਚ। ਉਦੋਂ 31 ਵਾਰਡ ਕੌਂਸਲ ਦੇ ਹੋਇਆ ਕਰਦੇ ਸੀ, ਇਹਦੇ 50 ਵਾਰਡ ਬਣਾ ਦਿੱਤੇ ਗਏ। 1 ਨੰਬਰ ਵਾਰਡ ਫੇਜ਼ 6 ਤੋਂ ਸ਼ੁਰੂ ਕੀਤਾ ਗਿਆ। RP ਸ਼ਰਮਾ ਤੋਂ ਕੌਂਸਲਰ ਜਿਹੜੇ ਸਾਬਕਾ ਕੌਂਸਲਰ ਨੇ, ਉਹ ਪਹਿਲਾਂ ਵੀ ਜਿਹੜਾ ਸੀਗਾ ਵਾਰਡ ਉੱਥੋਂ ਹੀ ਸ਼ੁਰੂ ਆਲਮੋਸਟ ਹੋਇਆ ਕਰਦੇ ਸੀ। 50 ਵਾਰਡਾਂ ਦੇ ਵਿੱਚ 17 ਔਰਤਾਂ ਲਈ ਰਿਜ਼ਰਵ ਸੀਗੇ ਤੇ SC BC ਰਿਜ਼ਰਵ ਮਿਲਾ ਕੇ ਕੁੱਲ ਜਿਹੜੀਆਂ ਸੀਟਾਂ ਸੀਗੀਆਂ 50 ਸੀਗੀਆਂ, 50 ਹੀ ਵਾਰਡ ਸੀ। ਕਿਤੇ ਵੋਟਾਂ 2000 ਪਲੱਸ ਸੀ, ਕਿਤੇ 3000 ਪਲੱਸ ਸੀ, ਵੋਟਾਂ ਵੀ ਥੋੜੀਆਂ ਇਸ ਤਰ੍ਹਾਂ ਖਿੰਡੀਆਂ ਪੁੰਡੀਆਂ ਸੀ। ਵਾਰਡ ਬਣਾਏ ਗਏ ਸੀ ਅਕਾਲੀ ਸਰਕਾਰ ਸਮੇਂ, ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਔਰ ਉਸ ਟਾਈਮ ਬਕਾਇਦਾ ਤੌਰ ਤੇ ਦੋਸ਼ ਲੱਗਦੇ ਰਹੇ ਕਿ ਵਾਰਡਬੰਦੀ ਦੇ ਵਿੱਚ ਬੜੀ ਭਾਰੀ ਤੋੜ ਫੋੜ ਕੀਤੀ ਗਈ। ਜਾਣ ਬੁੱਝ ਕੇ ਕਾਂਗਰਸੀ ਜਿਹੜੇ ਵਾਰਡਸ ਉਹਨਾਂ ਨੂੰ ਤੋੜਿਆ ਮਰੋੜਿਆ ਗਿਆ, ਰਾਜਨੀਤੀ ਦਾ ਫਾਇਦਾ ਚੱਕਣ ਬਿਲਕੁਲ ਇਹ ਹਰ ਇੱਕ ਸਰਕਾਰ ਦੇ ਉੱਪਰ ਦੋਸ਼ ਲੱਗੇ ਹੀ ਕਰਦੇ ਨੇ। ਜਿਹੜੀ ਪਾਰਟੀ ਪਾਵਰ 'ਚ ਹੁੰਦੀ ਹੈ ਉਹਦੇ ਉੱਪਰ ਅਕਸਰ ਇਹ ਦੋਸ਼ ਲੱਗਿਆ ਕਰਦੇ ਨੇ। ਇਲੈਕਸ਼ਨਸ ਦੇ ਵਿੱਚ ਕਾਂਗਰਸ ਲਗਭਗ 14 ਸੀਟਾਂ ਜਿੱਤ ਗਈ। ਉਦੋਂ ਕੁਲਵੰਤ ਸਿੰਘ ਹੁਣੀ ਜਿਹੜੇ ਮੇਅਰ, ਸਾਬਕਾ ਮੇਅਰ ਨੇ, ਪਹਿਲੇ ਮੇਅਰ ਬਣੇ ਮੋਹਾਲੀ ਦੇ, ਉਹਨਾਂ ਨੇ ਆਜ਼ਾਦ ਤੌਰ ਤੇ ਇਲੈਕਸ਼ਨ ਲੜੀ, ਅਕਾਲੀ ਦਲ ਤੋਂ ਅੱਡ ਹੋ ਕੇ ਲੜੀ ਕਿਉਂਕਿ ਉਸ ਟਾਈਮ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਉਦੋਂ ਇੱਥੇ ਹਲਕਾ ਇੰਚਾਰਜ ਸੀ, ਉਹਨਾਂ ਦੀ ਅਗਵਾਈ ਹੇਠ ਇਹ ਚੋਣ ਲੜੀ ਗਈ ਸੀ। ਤੇ ਕੁਲਵੰਤ ਸਿੰਘ ਉਹਨਾਂ ਦੇ ਗਰੁੱਪ ਨੂੰ ਵੀ ਇਹ ਪੂਰਾ ਗੁੱਸਾ ਸੀ, ਰੋਸ ਸੀ ਕਿ ਉਹਨਾਂ ਦੇ ਵਾਰਡਾਂ ਨਾਲ ਵੀ ਤੋੜ-ਫੋੜ ਕੀਤੀ ਗਈ ਹੈ ਔਰ ਉਹਨਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਅਲਟੀਮੇਟਲੀ 14 ਸੀਟਾਂ ਕਾਂਗਰਸ ਜਿੱਤ ਗਈ, 11 ਸੀਟਾਂ ਆਜ਼ਾਦ ਗਰੁੱਪ ਜਿੱਤ ਗਿਆ, 23 ਸੀਟਾਂ ਦੇ ਲਗਭਗ ਅਕਾਲੀ ਦਲ ਜਿੱਤਿਆ। ਅਕਾਲੀ ਤੇ ਭਾਜਪਾ ਰਲ ਕੇ ਲੜ ਰਹੇ ਸੀ ਬਟ ਮੇਅਰ ਕੁਲਵੰਤ ਸਿੰਘ ਹੁਣੀ ਬਣ ਗਏ, ਕਾਂਗਰਸ ਨੇ ਸਪੋਰਟ ਕੀਤੀ। ਮੁੜ ਕੇ ਇਹਨਾਂ ਦਾ ਹੁਣ ਤੋੜ ਵਿਛੋੜਾ ਹੋ ਗਿਆ। ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਉਦੋਂ ਤੋੜ ਵਿਛੋੜਾ ਇਹਨਾਂ ਦਾ ਹੋਇਆ ਤੇ ਮੁੜ ਕੇ ਹੁਣ ਇਸ ਵਾਰ ਜਿਹੜੀ ਚੋਣ ਹੋਣ ਜਾ ਰਹੀ ਆ, ਆਪਾਂ ਹੁਣ ਇਹਦੀ ਗੱਲ ਕਰਦੇ ਹਾਂ ਜਿਹਦੇ ਵਾਸਤੇ ਫਾਈਨਲ ਜਿਹੜੀ ਵਾਰਡਬੰਦੀ ਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ। ਉਹਦੇ ਵਾਸਤੇ ਵੀ ਹੁਣ ਦੁਬਾਰਾ 2-3 ਕੇਸ ਵੀ ਅਦਾਲਤ ਵਿੱਚ ਗਏ ਨੇ ਜਿਨ੍ਹਾਂ ਦੀ ਅਗਲੀ ਜਿਹੜੀ ਤਰੀਕ ਹੈ ਉਹ 6 ਜਨਵਰੀ ਲੱਗੀ ਹੋਈ ਹੈ। ਸਟੇ ਕਿਸੇ ਨੂੰ ਨਹੀਂ ਮਿਲੀ ਉਹਦੇ ਵਿੱਚ ਬਟ ਰੋਸ ਐਤਕੀ ਫੇਰ ਉਹੀ ਹੈ, ਸੇਮ ਉਹੀ ਪ੍ਰੋਸੀਜਰ ਹੈ ਕਿ ਹੁਣ ਇਸ ਵਾਰ ਕਾਂਗਰਸ ਧੱਕਾ ਕਰ ਰਹੀ ਹੈ। ਦੋਸ਼ ਜਿਹੜੇ ਨੇ
ਹੁਣ ਇਹਨਾਂ ਦਾ ਇਹ ਵੀ ਕਾਂਗਰਸ ਧੱਕਾ ਕਰ ਰਹੀ ਹੈ, ਬੜੇ ਵੱਡੇ ਪੱਧਰ ਤੇ ਵਾਰਡਾਂ ਦੀ ਤੋੜ ਮਰੋੜ ਕੀਤੀ ਗਈ ਹੈ। ਜਦ 50 ਹੀ ਵਾਰਡ ਸੀ ਤਾਂ ਫਿਰ ਡੀਲਿਮਿਟੇਸ਼ਨ ਵੀ ਨਹੀਂ ਹੋਈ ਕੋਈ ਬਹੁਤੀ, ਤਾਂ ਫਿਰ ਵਾਰਡਾਂ ਦੇ ਨੰਬਰਿੰਗ ਕਿਉਂ ਚੇਂਜ ਕੀਤੀ ਗਈ? ਨੰਬਰਿੰਗ ਚੇਂਜ ਇਸ ਕਰਕੇ ਕੀਤੀ ਗਈ ਹੈ ਕਿ ਜਿਹੜੇ ਅਕਾਲੀ ਦਲ ਦੇ ਸੋਲਿਡ ਕੈਂਡੀਡੇਟ ਸੀ ਉਹਨਾਂ ਦੇ ਚੁਣ ਕੇ ਵਾਰਡ ਕਿਸੇ ਨਾ ਕਿਸੇ ਤਰੀਕੇ ਨਾਲ ਰਿਜ਼ਰਵ ਕੀਤੇ ਜਾ ਸਕਣ ਤੇ ਆਪਣੇ ਵਾਰਡਾਂ ਦੇ ਜਿਹੜੇ, ਕਿਉਂਕਿ ਐਤਕੀ ਇੱਕ ਹੋਰ ਬੜੀ ਖੂਬਸੂਰਤ ਗੱਲ ਇਹ ਹੈ ਜਿਹੜੀ ਕਿ ਬਹੁਤ ਵਧੀਆ, ਇਹ 'ਚ ਕੋਈ ਸ਼ੱਕ ਨਹੀਂ ਵੀ ਇਹ ਗੱਲ ਬਹੁਤ ਵਧੀਆ ਹੈ ਕਿ 50% ਦੀ ਜਿਹੜੀਆਂ ਸੀਟਾਂ ਨੇ ਇਸ ਵਾਰ ਪਹਿਲੀ ਵਾਰ ਹੈ ਇਹ ਔਰਤਾਂ ਲਈ ਰਿਜ਼ਰਵ ਕੀਤੀਆਂ ਗਈਆਂ ਨੇ। ਮਤਲਬ ਇਸ ਵਾਰ ਆਪਾਂ ਨੂੰ 25 ਸੀਟਾਂ ਦੇ ਉੱਪਰ ਸਿੱਧੇ ਤੌਰ ਤੇ ਲੇਡੀਜ਼ ਖੜੀਆਂ ਹੋਣਗੀਆਂ, ਉਹਨਾਂ ਦਾ ਅਧਿਕਾਰ ਵਧੇਗਾ। ਬਟ ਐਤਕੀ ਇਹਦੇ ਨਾਲ 25 ਸੀਟਾਂ ਤਾਂ ਇਹ ਹੀ ਹੋ ਗਈਆਂ, ਲੇਡੀਜ਼ ਰਿਜ਼ਰਵ ਹੋ ਗਈਆਂ, ਫਿਰ 2 ਸੀਟਾਂ ਮੈਂ ਕਹਿੰਦਾ ਐਸਸੀ ਲੇਡੀਜ਼ ਰਿਜ਼ਰਵ ਨੇ, ਉਹ ਇਹਦੇ ਵਿੱਚ ਹੀ ਗਿਣੀਆਂ ਜਾਣਗੀਆਂ। ਪਰ 5 ਸੀਟਾਂ ਹੋਰ ਜਿਹੜੀਆਂ ਨੇ ਉਹ BC ਤੇ SC ਜਿਹੜੀ ਮੇਲ ਰਿਜ਼ਰਵ ਨੇ। ਮਤਲਬ ਜਿਹੜੀ ਜਨਰਲ ਸੀਟਾਂ ਦੀ ਗਿਣਤੀ ਹੈ ਐਤਕੀ 20 ਹੈ। ਹਾਸੇ ਦੀ ਇੱਕ ਗੱਲ ਜ਼ਰੂਰ ਨਿਕਲ ਕੇ ਆ ਰਹੀ ਹੈ ਕਿ ਜੇ ਲੇਡੀਜ਼ ਆਪਣਾ ਇੱਕਾ ਕਰ ਲੈਣ ਤਾਂ ਉਹਨਾਂ ਦਾ ਮੇਅਰ ਪੱਕਾ ਹੈ। ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ। ਮਤਲਬ ਜੇ ਉਹ ਮਤਲਬ ਰਿਗਾਰਡਲੈਸ ਆਫ ਪਾਰਟੀ ਦਾ ਨਹੀਂ, ਹਾਂਜੀ ਮਤਲਬ ਇਹਦੇ ਚ ਪਾਰਟੀ ਤੋਂ ਉੱਪਰ ਉੱਠ ਕੇ ਹਾਂ, ਜੇ ਕਿਉਂਕਿ 25 ਸੀਟਾਂ 100% ਹੈ ਕਿ 25 ਸੀਟਾਂ ਤੇ ਤਾਂ ਲੇਡੀਜ਼ ਨਹੀਂ ਆਣਾ ਤੇ 25 ਦੇ ਨਾਲ ਉਹਨਾਂ ਨੂੰ ਸਿਰਫ ਇੱਕ ਬੰਦਾ ਚਾਹੀਦਾ। ਬਿਲਕੁਲ ਜੀ। 26 ਸੀਟਾਂ ਜਿਨ੍ਹਾਂ ਕੋਲ ਹੋਣਗੀਆਂ ਉਹ ਆਪਣਾ ਮੇਅਰ ਬਣਾ ਸਕਦੇ। ਦਰੁਸਤ ਗੱਲ ਹੈ, ਚਾਹੇ ਇਹ ਸੰਭਵ ਹੋਣੀ ਥੋੜੀ ਔਖੀ ਲੱਗਦੀ ਹੈ ਕਿਉਂਕਿ ਇਹ ਪਾਰਟੀ ਬੇਸਡ ਇਲੈਕਸ਼ਨਸ ਨੇ। ਤੇ ਇੱਕ ਹੋਰ ਵੱਡੀ ਗੱਲ ਇਹਦੇ ਵਿੱਚ ਇਹ ਹੋਏਗੀ ਇਸ ਵਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਕਿ ਲੋਕ ਬੜੇ ਜਾਗਰੂਕ ਨੇ ਜੀ, ਤੇ ਲੋਕਾਂ ਨੂੰ ਅਪੀਲ ਵੀ ਇਹੀ ਹੈ ਕਿ ਦੇਖੋ, ਔਰ ਨਾ ਸਿਰਫ VOTING ਪਰਸੈਂਟੇਜ ਮੋਹਾਲੀ ਨਗਰ ਨਿਗਮ ਵਿੱਚ ਵਧਣ ਦੀ ਸੰਭਾਵਨਾ ਹੈ, ਸਗੋਂ ਇਸ ਵਾਰ ਉਮੀਦਵਾਰ ਵੀ ਜ਼ਿਆਦਾ ਆਉਣ ਦੀ ਸੰਭਾਵਨਾ ਹੈ। ਕਿਉਂਕਿ ਦੇਖੋ ਆਮ ਆਦਮੀ ਪਾਰਟੀ ਭਾਵੇਂ ਸਿੱਧੇ ਤੌਰ ਤੇ ਨਿੱਤਰ ਕੇ ਇਹਨਾਂ ਇਲੈਕਸ਼ਨਾਂ 'ਚ ਆਵੇ ਭਾਵੇਂ ਨਾ ਆਵੇ ਜੀ, ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਜਿਹੜੀ ਪਾਰਟੀ ਬਣਾਈ ਹੈ ਟਕਸਾਲੀ ਡੈਮੋਕ੍ਰੈਟਿਕ SAD ਡੈਮੋਕ੍ਰੈਟਿਕ, ਉਹ ਕੀ ਕਰਦੀ ਹੈ? ਅਕਾਲੀ ਦਲ ਟਕਸਾਲੀ ਜਿਹੜੀ ਤੁਸੀਂ ਕਹਿ ਰਹੇ ਹੋ, ਬੱਬੀ ਬਾਦਲ ਮੋਹਾਲੀ ਦੇ ਬੜੇ ਮਸ਼ਹੂਰ ਚਿਹਰੇ ਨੇ ਔਰ ਯੂਥ ਦੇ ਮਤਲਬ ਹਾਂ ਉਹ ਬ੍ਰਹਮਪੁਰਾ ਹੋਣੀ ਉਹਨਾਂ ਦੇ ਪ੍ਰਧਾਨ ਨੇ। ਤੇ ਇਹ ਕੀ ਕਰੇਗੀ ਪਾਰਟੀ? ਫਿਰ ਬਸਪਾ ਦਾ ਵੀ ਆਪਣਾ ਕੁਛ ਨਾ ਕੁਛ ਕੈਡਰ ਮੋਹਾਲੀ ਵਿੱਚ ਹੈ। ਫਿਰ ਅਕਾਲੀ ਦਲ ਜਿਹੜਾ ਹੈ ਉਹ ਕੀ ਕਰਦਾ ਹੈ? ਅਕਾਲੀ ਦਲ ਦੇ ਸਾਰੇ ਕੈਂਡੀਡੇਟਸ ਇੱਕ ਕਮਾਨ ਦੇ ਹੇਠਾਂ ਲੜਦੇ ਨੇ ਕਿ ਅਕਾਲੀ ਦਲ ਦੇ ਵਿੱਚ ਹੀ ਕੋਈ ਰਿਫਟ ਪੈਦਾ ਹੁੰਦੀ ਹੈ? ਕਿਉਂਕਿ ਕਾਂਗਰਸ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੋਣ ਲੜ ਰਹੀ ਹੈ ਤੇ ਉਹਦੇ ਵਿੱਚ ਕੋਈ ਆਪੋਜੀਸ਼ਨ ਕਾਂਗਰਸ ਦੇ ਵਿੱਚ ਇੰਟਰਨਲ ਨਹੀਂ ਦਿਖਦੀ। ਜਿਹੜੀ ਪਹਿਲਾਂ ਆਪੋਜੀਸ਼ਨ ਹੁੰਦੀ ਸੀ ਬਲਬੀਰ ਸਿੰਘ ਸਿੱਧੂ ਦੀ, ਉਹ ਵੀ ਗਾਇਬ ਹੋ ਚੁੱਕੀ ਹੈ, ਉਹ ਬਿਲਕੁਲ ਉਹ ਇੱਥੋਂ ਖਤਮ ਹੋ ਗਈ ਹੈ। ਬਟ ਇਹਦੇ ਬਾਵਜੂਦ ਹੁਣ ਦੇਖੋ ਤੁਸੀਂ, ਹੁਣੇ ਤੱਕ ਜਿਹੜਾ ਵਿਰੋਧੀ ਧਿਰ ਬੇਸਿਕਲੀ ਅਕਾਲੀ ਦਲ ਹੈ। ਭਾਜਪਾ ਅਕਾਲੀ ਦਲ ਟੁੱਟ ਚੁੱਕਿਆ, ਹੁਣ ਭਾਜਪਾ ਨੇ ਵੀ ਆਪਣੇ ਕੈਂਡੀਡੇਟਸ ਖੜੇ ਕਰਨੇ ਨੋ ਡਾਊਟ। ਹੁਣ ਚਾਹੇ ਉਹ ਤੁਸੀਂ ਸਮੀਕਰਨ ਕਿਸੇ ਵੀ ਤਰੀਕੇ ਦਾ ਲਾ ਲਓ, ਬਟ ਭਾਰਤੀ ਜਨਤਾ ਪਾਰਟੀ ਵੀ ਕੁਛ ਨਾ ਕੁਛ ਵੋਟਾਂ ਅਕਾਲੀ ਦਲ ਦਾ ਹੀ ਨੁਕਸਾਨ ਕਰੇਗੀ ਤੇ ਹੋ ਸਕਦਾ ਕੁਝ ਸੀਟਾਂ ਤੇ ਜਿੱਤ ਵੀ ਹਾਸਲ ਕਰੇ। ਪਿਛਲੀ ਵਾਰ ਵੀ ਇਹਨਾਂ ਦੇ 5 ਕੇ 6 ਕਾਉਂਸਲਰ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਸੀ। ਸੋ ਬੜਾ ਹੀ ਦਿਲਚਸਪ ਐਤਕੀ ਮੁਕਾਬਲਾ ਹੋਣ ਵਾਲਾ। ਤੇ ਇੱਕ ਚੀਜ਼ ਹੋਰ ਕੁਲਦੀਪ ਸਿੰਘ ਜੀ ਉੱਭਰ ਕੇ ਆ ਰਹੀ ਹੈ ਜਿਹੜੀ ਹਜੇ ਤੱਕ ਤਾਂ ਵੈਸੇ ਇਹ ਸੰਭਾਵਨਾ ਵੀ ਕਿਹਾ ਜਾਂਦਾ ਕਿ ਜਿੰਨੇ ਦੇਰ ਤੱਕ ਕਾਗਜ਼ ਭਰੇ ਨਹੀਂ ਜਾਂਦੇ ਤਾਂ ਕੈਂਡੀਡੇਟ ਸਾਹਮਣੇ ਨਹੀਂ ਆ ਰਹੇ। ਹਲੇ ਦੂਰ ਦੀ ਗੱਲ ਹੈ ਨਾ ਤਾਂ। ਪਰ ਇੱਕ ਗੱਲ ਚੀਜ਼ ਮੈਂ ਜਿਹੜੇ ਕਈ ਚਿਹਰੇ ਦੇਖਣ ਦੇ ਮਿਲੇ ਕਿ ਜਿਵੇਂ ਤੁਸੀਂ ਕਿਹਾ ਬਲਬੀਰ ਸਿੰਘ ਸਿੱਧੂ ਦਾ ਮੁਕਾਬਲੇ ਦਾ ਕੋਈ ਨਹੀਂ, ਪਰ ਉਹਦਾ ਭਰਾ ਜਿੱਤੀ ਸਿੱਧੂ ਹੈ ਜਿਹੜਾ ਉਹ 7 ਤੋਂ ਆਪਣੀ ਇਲੈਕਸ਼ਨ ਲੜ ਰਿਹਾ ਤੇ ਕੱਲ ਉਹਦਾ ਮੁਕਾਬਲਾ ਕਰ ਰਿਹਾ। ਤੇ ਨਾਲ ਇੱਕ ਸੁਣਨ ਚ ਆਈ ਹੈ ਕਿ ਇੱਕ ਕਾਂਗਰਸ ਦੀ ਹੀ ਮਹਿਲਾ ਕੈਂਡੀਡੇਟ ਜਿਹੜੀ 70 ਸੈਕਟਰ ਤੋਂ ਸੁਰਜੀਤ ਕੌਰ ਸੋਢੀ ਉਹਦੇ ਹਸਬੰਡ ਨੇ ਕੱਲ ਅਨਾਉਂਸ ਕੀਤਾ ਹੈ। ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਇਹ ਬੜੀ ਦਿਲਚਸਪ ਚੀਜ਼ ਹੈ। ਖਤਰਾ ਤਾਂ ਨਹੀਂ ਬਿਲਕੁਲ ਇਹੀ ਨਹੀਂ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ, ਮਨਜੀਤ ਸਿੰਘ ਸੇਠੀ ਇੱਥੋਂ ਡਿਪਟੀ ਮੇਅਰ ਨੇ ਸਾਬਕਾ, ਇਹੀ ਕੁਲਵੰਤ ਸਿੰਘ ਦੇ ਨਾਲ ਮੇਅਰ ਦੇ ਨਾਲ ਇਹ ਹੁਣ ਸਾਬਕਾ ਡਿਪਟੀ ਮੇਅਰ ਹੋਏ ਨੇ। ਦੂਜੇ ਪਾਸੇ ਜਿਹੜੀ ਨਗਰ ਕੌਂਸਲ ਹੁੰਦੀ ਸੀ 2006 ਵਾਲੀ, 2006 ਤੋਂ ਜਿਹੜੀ 2011 ਤੱਕ ਚੱਲੀ, ਉਹਦੇ ਵਿੱਚ ਇੱਕ ਪਾਰਟ ਦੇ ਵਿੱਚ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਨਗਰ ਕੌਂਸਲ ਦਾ ਉਹ ਹਰਮਨਪ੍ਰੀਤ ਸਿੰਘ ਪ੍ਰਿੰਸ ਸੀ। ਹੁਣ ਕੀ ਕੀਤਾ ਗਿਆ ਹੈ ਕਿ ਫੇਜ਼ 3A ਜਿੱਥੋਂ ਮਨਜੀਤ ਸਿੰਘ ਸੇਠੀ ਚੁਣੇ ਗਏ, ਫੇਜ਼ 3B1 ਜਿੱਥੋਂ ਹਰਮਨਪ੍ਰੀਤ ਸਿੰਘ ਪ੍ਰਿੰਸ ਚੁਣੇ ਗਏ, ਇਹ ਦੋਨਾਂ ਦਾ ਵਾਰਡ ਇਕੱਠਾ ਹੈ ਹੁਣ ਇਸ ਵਾਰ। ਸੋ ਇਹ ਵੀ ਬੜਾ ਦਿਲਚਸਪ ਮੁਕਾਬਲਾ ਹੈ, ਮਨਜੀਤ ਸਿੰਘ ਸੇਠੀ ਵਰਸਸ ਹਰਮਨਪ੍ਰੀਤ ਸਿੰਘ ਪ੍ਰਿੰਸ ਹੁੰਦਾ ਹੈ। ਉਸੇ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਹੈ, ਕਿਉਂਕਿ ਅਮਰਜੀਤ ਸਿੰਘ ਜੀਤੀ ਜੋ ਬਲਬੀਰ ਸਿੰਘ ਸਿੱਧੂ ਦੇ ਬ੍ਰਦਰ ਨੇ, ਉਹਨਾਂ ਦੀ ਜਿਹੜੀ ਚੋਣ, ਉਹਨਾਂ 7 ਫੇਜ਼ ਦੇ ਇੱਕ ਵਾਰਡ ਜਿਹੜਾ ਜਨਰਲ ਵਾਰਡ ਤੋਂ ਚੋਣ ਲੜ ਰਹੇ ਨੇ, ਉਹ ਵਾਰਡ ਜਿਹੜਾ ਹੈ ਉਹ ਪਹਿਲਾਂ ਪਰਮਜੀਤ ਸਿੰਘ ਕਾਹਲੋਂ ਦੇ ਵਾਰਡ ਦਾ ਹਿੱਸਾ ਰਿਹਾ
ਤੇ ਹੁਣ ਪ੍ਰੋਬਲਮ ਇਹ ਆ ਗਈ ਕਿ ਪਰਮਜੀਤ ਸਿੰਘ ਕਾਹਲੋਂ ਜਿੱਥੇ ਖੁਦ ਰਹਿੰਦੇ ਨੇ ਉਹ ਏਰੀਆ ਜਿਹੜਾ ਉਹ ਲੇਡੀਜ਼ ਰਿਜ਼ਰਵ ਕਰ ਦਿੱਤਾ ਗਿਆ ਜੀ। ਪਰਮਜੀਤ ਸਿੰਘ ਕਾਹਲੋਂ ਜਿਹੜੀ ਵਾਈਫ ਹੈ ਉਹ ਗਵਰਨਮੈਂਟ ਸਰਵੈਂਟ ਹੈ, ਸ਼ੀ ਇਜ਼ ਅ ਟੀਚਰ, ਸੋ ਸ਼ੀ ਕੈਨ ਨਾਟ ਫਾਈਟ ਦਿਸ ਇਲੈਕਸ਼ਨ। ਹੁਣ ਪਰਮਜੀਤ ਸਿੰਘ ਕਾਹਲੋਂ ਵਾਸਤੇ ਤਾਂ ਇਹ ਕਰੋ ਮਰੋ ਵਾਲਾ ਮਸਲਾ ਹੋ ਗਿਆ ਜੀ। ਤੇ ਹੁਣ ਉਹਨਾਂ ਨੇ ਇਸ ਵਾਰਡ ਵਿੱਚ 70 ਸੈਕਟਰ ਦਾ ਜਿਹੜਾ ਏਰੀਆ ਜੁੜਿਆ ਹੈ, ਜਿੱਥੋਂ ਸੁਰਜੀਤ ਕੌਰ ਸੋਢੀ ਕਾਂਗਰਸ ਦੀ ਪਿਛਲੀ ਵਾਰ ਕਾਉਂਸਲਰ ਸੀ, ਉਹਦੇ ਹਸਬੈਂਡ ਨੇ KNS ਸੋਢੀ, ਕਮਲ ਨੈਨ ਸਿੰਘ ਸੋਢੀ, ਉਹ ਬੜੇ ਅਕਸਰ RTIs ਪਾਉਂਦੇ ਨੇ ਔਰ ਕਈ ਉਹ ਮਤਲਬ ਕਈ ਮਸਲੇ ਉਭਾਰਦੇ ਨੇ, ਨਗਰ ਨਿਗਮ ਦੇ ਮਸਲੇ ਖਾਸ ਤੌਰ ਤੇ ਉਭਾਰਦੇ ਨੇ। ਹੁਣ ਉਹਨਾਂ ਦਾ ਇਹ ਕਹਿਣਾ ਇਸ ਵਾਰ ਤੋੜਨਾ, ਕਿਉਂਕਿ ਜੀਤੀ ਸਿੱਧੂ ਦੀ ਜਿਹੜੀ ਲੜਾਈ ਹੈ ਇਲੈਕਸ਼ਨ ਦੀ, ਉਹ ਬਿਲਕੁਲ ਸਪਸ਼ਟ ਤੌਰ ਤੇ ਮੈਂ ਕਹਿ ਸਕਦਾ ਬਿਲਕੁਲ ਕਿ ਉਹ ਮੇਅਰ ਦੀ ਹੀ ਲੜਾਈ ਚੱਲੇਗੀ। ਹੁਣ ਹੋਏਗਾ ਕੀ ਕਿ ਇੱਕ ਪਾਸੋਂ ਪਰਮਜੀਤ ਸਿੰਘ ਕਾਹਲੋਂ ਤੇ ਇੱਕ ਪਾਸੋਂ KNS ਸੋਢੀ। ਹੁਣ ਇਹ ਜਿਹੜਾ ਇਹ ਤਕੋਣਾ ਮੁਕਾਬਲਾ, ਹੋਰ ਵੀ ਕੋਈ ਕੈਂਡੀਡੇਟ ਆ ਸਕਦਾ ਹਲੇ, ਇਹ ਤਿੰਨ ਜਿਹੜੇ ਨੇ ਇਹ ਤਾਂ ਹੁਣ ਐਲਾਨੀਆਂ ਹੋ ਗਏ ਤੇ ਮੂਵਮੈਂਟ ਚੱਲ ਰਹੀ ਹੈ ਇਹਨਾਂ ਦੀ। ਮਤਲਬ ਇਹ ਇੱਥੇ ਤਾਂ ਪੂਰੀ ਜਿਹੜੀ ਹੈ ਨਾ ਮੋਹਾਲੀ ਦਾ ਪੂਰਾ ਫੋਕਸ ਦੇ ਨਾਲ ਹੋ ਸਕਦਾ ਪੰਜਾਬ ਦਾ ਵੀ ਫੋਕਸ ਇਸ ਸੀਟ ਤੇ ਹੋ ਜਾਵੇ। ਬਿਲਕੁਲ ਜੀ, ਕਿਉਂਕਿ ਸਿਹਤ ਮੰਤਰੀ ਦਾ ਦਾਅ ਲੱਗਣਾ ਬੀਇੰਗ ਸਿਹਤ ਮੰਤਰੀ, ਬਿਲਕੁਲ ਤੁਹਾਡੀ ਗੱਲ ਇਹ ਹੈ ਵੀ ਸਿਹਤ ਮੰਤਰੀ ਦਾ ਭਰਾ ਕੈਂਡੀਡੇਟ ਹੋਵੇ ਤੇ ਨੈਚੁਰਲੀ ਉਹ ਤਾਂ ਮਤਲਬ ਕਿ ਤੁਸੀਂ ਸੋਚ ਸਕਦੇ ਹੋ ਵੀ ਉੱਥੇ ਕਿਸ ਲੈਵਲ ਦੀ ਇਲੈਕਸ਼ਨ ਲੜੀ ਜਾਣੀ, ਉਹ MLA ਤੋਂ ਵੱਡੀ ਇਲੈਕਸ਼ਨ ਹੋ ਜਾਣੀ ਹੈ ਆਪਣੇ ਆਪ ਦੇ ਵਿੱਚ। ਮੈਂ ਇੱਕ ਗੱਲ ਇੱਥੇ ਜੇ ਆਪਾਂ ਮਤਲਬ ਇਹਨੂੰ ਹੋਰ ਅੱਗੇ ਵਧਾਈਏ ਤਾਂ ਮੈਂ ਇੱਕ ਗੱਲ ਜ਼ਰੂਰ ਇੱਥੇ ਦੇ ਮੋਹਾਲੀ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਆਪਣੀਆਂ ਵੋਟਾਂ ਬਣਾਉਣ ਵਿੱਚ ਕੋਈ ਕੁਤਾਹੀ ਨਾ ਕਰਿਓ। ਜਿਹੜੇ ਕੈਂਡੀਡੇਟਸ ਬਣਨਾ ਚਾਹੁੰਦੇ ਨੇ ਲੋਕ, ਉਹ ਵੀ ਇੱਕ ਗੱਲ ਬਿਲਕੁਲ ਸਪਸ਼ਟ ਤੌਰ ਤੇ ਆਪਣੇ ਦਿਮਾਗ 'ਚ ਰੱਖ ਲੈਣ ਕਿ ਇਹੀ ਮੌਕਾ ਹੈ, ਅਭੀ ਨਹੀਂ ਤਾਂ ਕभी ਨਹੀਂ। ਇਹ ਤੁਸੀਂ ਸੋਚ ਕੇ ਚੱਲਿਓ ਗੱਲ ਕਿ ਜੇ ਤੁਸੀਂ ਚਾਹਵਾਨ ਹੈਗੇ ਹੋ ਇਲੈਕਸ਼ਨ ਲੜਨ ਦੇ, ਭਾਵੇਂ ਤੁਸੀਂ ਆਜ਼ਾਦ ਲੜੋ, ਭਾਵੇਂ ਤੁਸੀਂ ਤੁਹਾਡੇ ਕੋਈ ਪੋਲੀਟੀਕਲ ਐਫੀਲੀਏਸ਼ਨ ਹੈ, ਨੋ ਮੈਟਰ ਵਾਟ, ਬਟ ਜੇ ਤੁਸੀਂ ਲੜਾਈ ਦੇ ਵਿੱਚ ਆਓਗੇ ਤਾਂ ਹੀ ਤੁਸੀਂ ਜਿੱਤ ਹਾਰ ਦਾ ਮਜ਼ਾ ਚੱਖ ਸਕਦੇ ਹੋ। ਬਾਹਰ ਬੈਠ ਕੇ ਤਾਂ ਤੁਸੀਂ ਇੱਕ ਸਪੈਕਟੇਟਰ ਹੋ, ਮੂਕ ਦਰਸ਼ਕ ਹੋ ਤੇ ਵੋਟਰ ਹੋ, ਤੇ ਵੋਟਰ ਜ਼ਰੂਰ ਬਣੋ ਪਹਿਲਾਂ ਤਾਂ, ਤੇ ਵੋਟਰ ਬਣ ਕੇ ਆਪਣੀ ਵੋਟ ਵੀ ਜ਼ਰੂਰ ਪਾਓ। ਸਾਡੇ ਜਸਵਿੰਦਰ ਜੀ ਨੇ, ਇਹਨਾਂ ਨੇ ਉਸ ਟਾਈਮ ਨੋਟਾਂ ਨੂੰ ਵੋਟ ਪਾਈ ਜਦੋਂ ਹਲੇ ਬਟਨ ਹੀ ਨਹੀਂ ਸੀ ਮਸ਼ੀਨ ਤੇ ਫਾਰਮ ਭਰ ਹੁੰਦਾ ਸੀ। ਤੇ ਭਾਵੇਂ ਤੁਸੀਂ ਨੋਟਾਂ ਨੂੰ ਵੀ ਵੋਟ ਕਿਉਂ ਨਾ ਪਾਣੀ ਹੋਏ, ਤੁਹਾਨੂੰ ਨਹੀਂ ਕੋਈ ਪਸੰਦ ਉਮੀਦਵਾਰ, ਬਟ ਤੁਹਾਡੀ ਵੋਟ ਦਾ ਹੱਕ ਤੁਹਾਡਾ ਹੈ। ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਇਹ ਜਿਹੜਾ ਕਦਮ ਚੱਕੋ। ਵੋਟਾਂ ਬਣ ਰਹੀਆਂ ਨੇ, ਵੋਟਾਂ ਜ਼ਰੂਰ ਪਾਓ। 12 ਦਸੰਬਰ ਤੱਕ ਦੀ ਡੇਟ ਹੈ, ਉਹ ਤੋਂ ਬਾਅਦ ਅਗਲਾ ਪ੍ਰੋਸੀਜਰ ਸ਼ੁਰੂ ਹੋਣਾ ਹੈ। ਤੇ ਕੁਲਦੀਪ ਜੀ, ਇਹਦੇ 'ਚ ਇੱਕ ਸਵਾਲ ਹੋਰ ਹੈ ਜਿਹੜਾ ਰੋਚਕ ਮੁਕਾਬਲਿਆਂ 'ਚ ਜੇ ਆਪਾਂ ਗੱਲ ਕੀਤੀ ਜਾਵੇ, ਉਹਦੇ ਵਿੱਚ ਹੈ ਕੁਲਵੰਤ ਸਿੰਘ ਦਾ ਚਿਹਰਾ। ਹਾਂ, ਬਿਲਕੁਲ। ਤੇ ਉਹ ਦੇਖਣ ਵਾਲਾ ਵੀ ਇੱਕ ਬਹੁਤ ਵੱਡਾ ਚਿਹਰਾ, ਕਿਉਂਕਿ ਉਸਦਾ ਕਦੇ ਆਪਣਾ ਗਰੁੱਪ ਵੀ ਹਮੇਸ਼ਾ ਹੀ ਉਹ ਚਰਚਾ 'ਚ ਰਹੇ ਨੇ, ਚਾਹੇ ਉਹ MP ਇਲੈਕਸ਼ਨ ਸੀ, ਜੇ ਵਿਧਾਨ ਸਭਾ ਚਾਹੇ ਉਹ ਖੜੇ ਵੀ ਨਹੀਂ, ਫਿਰ ਵੀ ਉਹਨਾਂ ਦਾ ਚਿਹਰਾ ਇੱਕ ਵਿਚਾਰਨ ਕਿ ਉਹ ਕਿੱਧਰ ਤੁਰ ਰਹੇ ਨੇ। ਤੇ ਖੁਦ ਕਿ ਉਹ ਆਪਣੇ ਮੇਅਰ ਪਦ ਲਈ ਜਿਵੇਂ ਜਿੱਤੀ ਨੇ ਤਾਂ 7 ਫੇਸ ਤੋਂ ਇੱਕ ਤਰ੍ਹਾਂ ਕਾਂਗਰਸ ਦਾ ਚਿਹਰਾ ਕਰ ਦਿੱਤਾ, ਉਹਨਾਂ ਮੁਕਾਬਲੇ ਲਈ ਤਾਂ ਕੁਲਵੰਤ ਸਿੰਘ ਇੱਕ ਬਹੁਤ ਵੱਡਾ ਚਿਹਰਾ ਨੇ। ਨੋ ਡਾਊਟ, ਉਹਨਾਂ ਬਾਰੇ ਕੀ ਸੋਚਦੇ? ਕੁਲਵੰਤ ਸਿੰਘ ਬਹੁਤ ਵੱਡਾ ਚਿਹਰਾ ਨੇ, ਬਟ ਕੁਲਵੰਤ ਸਿੰਘ ਨੇ ਹੁਣੇ ਤੱਕ ਆਪਣੇ ਕੋਈ ਕਾਰਡਸ ਓਪਨ ਨਹੀਂ ਕੀਤੇ ਉਹਨਾਂ ਨੇ, ਕਿਉਂਕਿ ਹਲੇ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਜਸਵਿੰਦਰ ਜੀ, ਕਿੰਨੀ ਕਮਾਲ ਦੀ ਗੱਲ ਹੈ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਣੀ ਅਕਾਲੀ ਦਲ ਨੂੰ ਬਾਏ ਕਰ ਗਏ ਜੀ, ਉਹਨਾਂ ਦੇ ਜਵਾਈ ਕੈਪਟਨ ਸਿੱਧੂ ਜਿਹੜੇ ਇੱਥੋਂ MLA ਤੇਜਿੰਦਰਪਾਲ ਸਿੰਘ ਸਿੱਧੂ ਜਿਹੜੇ ਇੱਥੋਂ MLA ਦੀ ਇਲੈਕਸ਼ਨ ਵੀ ਲੜੇ, IAS ਅਫਸਰ ਸੀ, ਪਹਿਲਾਂ ਇੱਥੇ ਮੋਹਾਲੀ DC ਰਹੇ ਨੇ। ਹੁਣ ਉਹ ਉਦੋਂ ਤੋਂ ਹੀ ਮਤਲਬ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਆਪਣਾ ਕੋਈ ਬਿਆਨਬਾਜ਼ੀ ਕੋਈ ਬਹੁਤੀ ਨਹੀਂ ਕੀਤੀ ਤੇ ਅਲਟੀਮੇਟਲੀ ਉਹ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਬਣਾਈ ਤੇ ਉਹ ਮੂਵ ਕਰ ਗਏ। ਬਿਲਕੁਲ। ਹੁਣ ਇਸ ਪੂਰੇ ਸਮੇਂ ਦੇ ਦੌਰਾਨ ਅਕਾਲੀ ਦਲ ਦੇ ਵਿੱਚ ਮੋਹਾਲੀ ਹਲਕੇ ਦੇ ਵਿੱਚ ਖਾਸ ਤੌਰ ਤੇ ਕੋਈ ਲੀਡਰ ਹੀ ਨਹੀਂ ਸੀ, ਹਲਕਾ ਇੰਚਾਰਜ ਹੀ ਨਹੀਂ। ਹੁਣ ਇੱਥੇ ਪ੍ਰੋਬਲਮ ਜਿਹੜੀਆਂ ਨੇ ਅਕਾਲੀ ਦਲ ਦੇ ਵਿੱਚ ਉਹ ਇਹ ਨੇ ਵੀ ਇੱਥੇ ਅਲੱਗ-ਅਲੱਗ ਡਿਫਰੈਂਟ ਗਰੁੱਪਸ ਹੈ। ਇੱਥੇ ਪ੍ਰੋਫੈਸਰ ਚੰਦੂ ਮਾਜਰਾ ਮੋਹਾਲੀ 'ਚ ਰਹਿੰਦੇ ਨੇ। ਪ੍ਰੋਫੈਸਰ ਚੰਦੂ ਮਾਜਰਾ ਆਪਣਾ ਅਨੰਦਪੁਰ ਸਾਹਿਬ ਜਿਹੜੀ ਕਨਸਟੀਟੂਐਂਸੀ ਹੈ MP ਦੀ, ਉੱਥੋਂ ਪਿਛਲੀ ਵਾਰ ਜਿੱਤੇ 2014 ਵਾਲੇ 'ਚ, 2019 ਵਾਲੇ 'ਚ ਹਾਰੇ। ਹੁਣ ਕਾਂਗਰਸ ਦੇ MP ਨੇ ਇੱਥੋਂ ਹੈ ਨਾ ਜੀ, ਮਨੀਸ਼ ਤਿਵਾੜੀ, ਬਟ ਉਹ ਮੋਹਾਲੀ 'ਚ ਰਹਿੰਦੇ ਨੇ। ਮੋਹਾਲੀ ਦੀ ਪੋਲਿਟਿਕਸ ਦੇ ਉੱਪਰ ਉਹਨਾਂ ਦਾ ਧਿਆਨ ਬਹੁਤ ਕੇਂਦਰਿਤ ਹੈ। ਉਹਨਾਂ ਦਾ ਬੇਟਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਉਹ ਸਨੌਰ ਤੋਂ MLA ਹੈ। ਤੇ ਮੋਹਾਲੀ ਖਾਲੀ ਕਿਉਂ ਪਿਆ, ਇਹ ਇੱਕ ਬੜਾ ਮਤਲਬ ਕਿ
ਪੋਲੀਟੀਕਲੀ ਜੇ ਸੋਚਿਆ ਜਾਵੇ ਤਾਂ ਇਹ ਇੱਕ ਬੜੀ ਵੱਡੀ ਚੀਜ਼ ਹੈ ਕਿ ਮੋਹਾਲੀ ਨੂੰ ਖਾਲੀ ਕਿਉਂ ਰੱਖਿਆ ਗਿਆ। ਕੀ ਇੱਥੇ ਜਿਹੜੀ ਲੀਡਰਸ਼ਿਪ ਹੈ, ਜਿਹੜੀ ਇਹ ਨਗਰ ਨਿਗਮ ਦੀ ਚੋਣ ਹੋਣੀ ਹੈ, ਕੌਣ ਲੜਾਏਗਾ? ਕੀ ਆਪਣਾ ਜਿਹੜੇ ਹੁਣ ਕਿਉਂਕਿ ਸੁਖਬੀਰ ਬਾਦਲ ਹੁਣੀ ਪ੍ਰਧਾਨ ਸਾਹਿਬ ਇੱਥੇ ਬੈਠੇ ਨੇ, ਚੰਡੀਗੜ੍ਹ 'ਚ ਹੀ ਬੈਠੇ ਨੇ, ਕੀ ਉਹ ਆਪਣੀ ਕਮਾਨ ਦੇਣਗੇ ਇੱਥੇ? ਉਹ ਤਾਂ ਨਹੀਂ ਦੇ ਸਕਦੇ। ਨੈਚੁਰਲੀ ਇੱਥੇ ਹਲਕਾ ਇੰਚਾਰਜ ਤਾਂ ਇੱਕ ਥਾਪਣਾ ਪਏਗਾ। ਕੀ ਉਹ ਚੰਦੂ ਮਾਜਰਾ ਪਰਿਵਾਰ ਤੋਂ ਹੋਏਗਾ? ਕੀ ਉਹ ਕੁਲਵੰਤ ਸਿੰਘ ਦੇ ਉੱਪਰ ਕੋਈ ਫੋਕਸ ਕਰ ਰਹੇ ਨੇ? ਕਿਉਂਕਿ ਪਿਛਲੇ ਦਿਨਾਂ 'ਚ ਕੀ ਹੋਇਆ ਜਸਵਿੰਦਰ ਜੀ, ਇੱਕ ਬੜੀ ਦਿਲਚਸਪ ਚੀਜ਼ ਸਾਹਮਣੇ ਆਈ ਕਿ ਪਹਿਲਾਂ ਚੰਦੂ ਮਾਜਰਾ ਜੀ ਨੇ ਮੀਟਿੰਗ ਕੀਤੀ ਆਪਣੇ ਘਰੇ, ਉੱਥੇ ਕੁਝ ਬੰਦੇ ਗਏ, ਇਲੈਕਸ਼ਨ ਸੰਬੰਧੀ ਚਰਚਾ ਹੋਈ। ਉਸ ਤੋਂ ਕੁਝ ਦਿਨ ਬਾਅਦ ਹੀ ਸਾਬਕਾ ਮੇਅਰ ਕੁਲਵੰਤ ਸਿੰਘ ਹੁਣਾਂ ਦੀ ਇੱਕ ਮੀਟਿੰਗ ਦੇ ਵਿੱਚ ਸਾਰੇ ਕਾਉਂਸਲਰ ਹਾਜ਼ਰ ਹੋਏ। ਔਰ ਕਮਾਲ ਦੀ ਗੱਲ ਇਹ ਕਿ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਵੀ ਗਏ, ਬਿਲਕੁਲ ਜੀ, ਮੋਹਾਲੀ ਦੇ, ਤੇ ਜਿਹੜੇ ਸਾਬਕਾ ਕਾਉਂਸਲਰ, ਤੇ ਇਹਨਾਂ ਨੇ ਇਕਮੁੱਠ ਹੋ ਕੇ ਉਹਨਾਂ ਨੂੰ ਆਪਣੇ ਅਧਿਕਾਰ ਵੀ ਦੇ ਦਿੱਤੇ ਵੀ ਤੁਸੀਂ ਚੋਣ ਲੜਾਓ। ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਜੇ ਕੁਲਵੰਤ ਸਿੰਘ ਖੁਦ ਚੋਣ ਨਹੀਂ ਲੜਦੇ ਤਾਂ ਗਰੁੱਪ ਦਾ ਕੀ ਬਣੇਗਾ? ਤੇ ਜੇ ਕਮਾਨ ਹੀ ਨਹੀਂ ਕਿਸੇ ਨੂੰ ਦਿੱਤੀ ਜਾਂਦੀ, ਜੇ ਕੁਲਵੰਤ ਸਿੰਘ ਕਮਾਨ ਨਹੀਂ ਮਿਲਦੀ ਇਲੈਕਸ਼ਨ ਲੜਾਉਣ ਦੀ, ਤੇ ਫਿਰ ਉਹ ਕਿਉਂ ਇਹਦੇ 'ਚ ਉਸ ਲੈਵਲ ਤੇ ਇੰਟਰਸਟਿਡ ਹੋਣਗੇ? ਤੇ ਜੇ ਉਹ ਇੰਟਰਸਟਿਡ ਨਹੀਂ ਹੋਣਗੇ ਤਾਂ ਫਿਰ ਅਕਾਲੀ ਦਲ ਜ਼ਾਹਿਰ ਤੌਰ ਤੇ, ਚਾਹੇ ਉਹ ਫਾਈਟ ਦੇਣ ਦੀ ਬੜੀ ਪੋਜੀਸ਼ਨ 'ਚ ਹੈ, ਰਿਵਾਈਵਲ ਵੀ ਕੁਝ ਤੱਕ ਹੋਇਆ, ਫਿਰ ਐਂਟੀ ਕੰਬੈਂਸੀ ਫੈਕਟਰ ਵੀ ਕਾਂਗਰਸ ਦਾ ਹੈ, ਬਟ ਉਹਦੇ ਬਾਵਜੂਦ ਜੇ ਲੀਡਰਸ਼ਿਪ ਨਹੀਂ, ਲੀਡਰ ਹੀ ਨਹੀਂ, ਤਾਂ ਫਿਰ ਕਿਤੇ ਨਾ ਕਿਤੇ ਇਸ ਦਾ ਪ੍ਰਭਾਵ ਅਕਾਲੀ ਦਲ ਤੇ ਪੈ ਸਕਦਾ। ਕੁਲਦੀਪ ਸਿੰਘ ਜੀ, ਇੱਕ ਬਹੁਤ ਵੱਡਾ ਸਵਾਲ, ਤੁਸੀਂ ਬਹੁਤ ਵਿਚਰਦੇ ਹੋ, ਤੁਸੀਂ ਦੇਖੋ MC ਜਿਹੜੇ ਕੈਂਡੀਡੇਟ ਹੋਣਗੇ ਉਹ 2 ਸਾਲ ਤੋਂ ਕੰਮ ਕੀਤਾ, ਤੁਸੀਂ 3 ਸਾਲ ਤੋਂ ਕੰਮ ਕੀਤਾ, ਪਰ ਜਦੋਂ ਦਾ ਮੋਹਾਲੀ ਬਣਿਆ ਤੁਸੀਂ ਤਾਂ ਉਦੋਂ ਤੋਂ ਹੀ ਕੰਮ ਕਰ ਰਹੇ ਹੋ ਇਸ ਤੇ ਜਿਵੇਂ ਕਿ BJP ਦਾ ਕੀ ਹੋਏਗਾ? ਸਭ ਤੋਂ ਵੱਡਾ ਸਵਾਲ ਹਰੇਕ ਦਰਸ਼ਕ ਦੇ ਮਨ 'ਚ ਵੀ ਇਹੀ ਹੈ ਕਿ ਆਖਰ BJP ਜਿਹੜਾ ਇੱਕ ਕਿਸਾਨ ਦਾ ਜਿਹੜਾ ਅੰਦੋਲਨ ਹੈ ਉਹ ਤੋਂ ਵੀ ਆਪਣੀ ਬੇਇੱਜ਼ਤੀ ਜਾਂ ਉਹਦਾ ਮਤਲਬ ਗੁੱਸਾ ਸਹਿਣਾ ਪੈ ਰਿਹਾ, ਤੇ ਇਹਦੇ 'ਚ ਆ ਕੇ ਜਿਵੇਂ ਇੱਕ ਮਾਹੌਲ ਬਣਿਆ ਹੈ ਪੂਰੇ ਪੰਜਾਬ 'ਚ ਕਿ ਮੋਹਾਲੀ 'ਚ ਵੀ BJP ਨੂੰ ਉਹਦਾ ਫੁੱਲ ਭੁਗਤਣਾ। ਦੇਖੋ ਵੈਸੇ ਤਾਂ ਦੇਖਿਆ ਜਾਵੇ ਤਾਂ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਇਹ ਸ਼ਹਿਰਾਂ ਦੇ ਉੱਪਰ ਕੇਂਦਰਿਤ ਨੇ ਜੀ, ਤੇ ਸ਼ਹਿਰਾਂ ਵਿੱਚ ਕੋਈ ਐਡਾ ਵੱਡਾ ਪ੍ਰਭਾਵ ਤਾਂ ਨਹੀਂ ਹੋਣਾ, ਬਟ ਬਹੁਤ ਵੱਡੇ ਪੱਧਰ ਤੇ, ਖਾਸ ਤੌਰ ਤੇ ਮੋਹਾਲੀ ਦੇ ਵਿੱਚ ਜ਼ਮੀਨਾਂ ਅਕਵਾਇਰ ਕਰਕੇ, ਕਿਸਾਨਾਂ ਦੀ ਜ਼ਮੀਨਾਂ ਅਕਵਾਇਰ ਕਰਕੇ ਤਾਂ ਮੋਹਾਲੀ ਬਣਿਆ ਜੀ। ਹੁਣ ਠੀਕ ਹੈ ਕਿ ਇੱਥੇ ਬਹੁਤ ਭਾਂਤ ਇਲਾਕੇ ਦੀ ਮਿੱਟੀ, ਇਲਾਕੇ ਦੇ ਲੋਕ ਆ ਕੇ ਵਸ ਗਏ ਜਿਨ੍ਹਾਂ ਦਾ ਕਿਸਾਨੀ ਨਾਲ ਦੂਰ ਦਾ ਵਾਸਤਾ ਨਾ ਰਿਹਾ ਹੋਵੇ, ਬਟ ਜਿਹੜੇ ਲੋਕਾਂ ਨੂੰ ਉਹ ਆਪਣੀਆਂ ਜ਼ਮੀਨਾਂ ਅਕਵਾਇਰ ਕਰਨ ਦੇ ਬਦਲੇ ਇੱਥੇ ਜ਼ਮੀਨਾਂ ਮਿਲੀਆਂ, ਜਿਹੜੇ ਉਹ ਆਪ ਪਰਿਵਾਰ ਇੱਥੇ ਰਹਿ ਰਹੇ ਉਹ ਸਿੱਧੇ ਤੌਰ ਤੇ ਕਿਸਾਨੀ ਨਾਲ ਕਨੈਕਟਡ ਨੇ ਜੀ, ਔਰ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤ ਸਖਤ ਰੋਸ ਹੈ। ਇੱਕ ਹੋਰ ਵੱਡਾ ਰੋਸ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਦੇਖਣ ਵਿੱਚ ਆਉਂਦਾ ਹੈ ਉਹ ਹੈ ਦਲਿਤ ਭਾਈਚਾਰੇ ਦਾ, ਜਿਹੜਾ ਕਿ ਕਾਫੀ ਹੱਦ ਤੱਕ ਭਾਰਤੀ ਜਨਤਾ ਪਾਰਟੀ ਨੂੰ ਦੇ ਖਿਲਾਫ ਨਹੀਂ ਸੀ ਬੋਲ ਰਿਹਾ, ਬਟ ਉਹ ਹਾਥਰਸ ਦੀ ਜਿਹੜੀ ਘਟਨਾ ਹੈ ਜਾਂ ਬਾਕੀ ਜਿਹੜੇ ਸਟੇਟਸ ਨੇ ਉੱਥੇ ਦਲਿਤ ਭਾਈਚਾਰੇ ਦੀ ਜਿਹੜੀ ਦੁਰਦਸ਼ਾ ਹੁੰਦੀ ਹੈ ਉਹਦਾ ਇੰਪੈਕਟ ਇੱਥੇ ਪੈਂਦਾ, ਕਿਉਂਕਿ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਮੋਹਾਲੀ ਦੇ ਵਿੱਚ ਬਹੁਤ ਜਾਗਰੂਕ ਲੋਕ ਨੇ, ਪੜ੍ਹੇ ਲਿਖੇ ਨੇ, ਦਲਿਤ ਭਾਈਚਾਰਾ ਵੀ ਜਿਹੜਾ ਉਹ ਬਹੁਤ ਜਾਗਰੂਕ ਔਰ ਤਾਕਤਵਰ ਹੈ। ਤੇ ਉਹ ਜਿਹੜਾ ਫੈਕਟਰ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜਿਹੜਾ ਤੁਹਾਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਦਾ ਕੀ ਬਣੇਗਾ, ਜਿਹੜਾ ਤੁਸੀਂ ਪੁੱਛ ਰਹੇ ਹੋ, ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਕੋਈ ਇੰਨੀ ਵਧੀਆ ਨਹੀਂ ਹੈ, ਬਟ ਮੈਂ ਤੁਹਾਨੂੰ ਜਿਹੜੀ ਗੱਲ ਮੈਂ ਤੁਹਾਨੂੰ ਲਿਆ ਰਿਹਾ ਨਾ, ਜਿੱਥੇ ਉੱਥੇ ਆ ਕੇ ਫਸਦਾ ਕੀ ਹੈ, ਗੱਲ ਕੀ ਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅਸਲ ਵਿਊ ਪੁਆਇੰਟ ਹੈ ਉਹ ਹੈਗਾ ਹਿੰਦੂਆਂ ਦਾ ਧਰੁਵੀਕਰਨ ਕਰਨਾ। ਉਹਦੇ ਵਿੱਚ ਉਹ ਪਾਰਟੀ ਕਾਫੀ ਹੱਦ ਤੱਕ ਕਾਮਯਾਬ ਰਹੀ ਹੈ। ਪਿਛਲੀ ਵਾਰ ਦੇ ਜੇ ਤੁਹਾਨੂੰ ਮੈਂ ਲੋਕ ਸਭਾ ਦੇ ਅੰਕੜੇ ਦੱਸਾਂਗਾ, ਮੋਹਾਲੀ ਦੇ ਵਿੱਚ ਜਿਹੜੇ ਬੂਥ ਸੀਗੇ, ਤੁਸੀਂ ਹੈਰਾਨ ਰਹਿ ਜਾਓਗੇ ਜਸਵਿੰਦਰ ਜੀ, ਵੀ ਕਈ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ 11 ਫੇਜ਼ ਦੇ ਵਿੱਚ, ਆਪਣਾ 6 ਫੇਜ਼ ਵਾਲੇ ਪਾਸੇ ਕਈ ਥਾਵਾਂ ਤੇ ਐਦਾਂ ਦੀਆਂ ਚੀਜ਼ਾਂ, ਪਹਿਲੇ ਫੇਜ਼ ਦੇ ਵਿੱਚ ਕੁਝ ਇਹੋ ਜਿਹੇ ਬੂਥਸ ਨੇ ਜਿਹੜੇ ਕਾਂਗਰਸ ਡੋਮੀਨੇਟਡ ਸੀ, ਪਰ 2019 ਦੀ ਇਲੈਕਸ਼ਨ ਦੇ ਵਿੱਚ ਉਹ ਚਾਹੇ ਇੱਥੋਂ ਕੈਂਡੀਡੇਟ ਅਕਾਲੀ ਦਲ ਦਾ ਸੀ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੀ, ਵੋਟਾਂ ਉੱਥੇ ਅਕਾਲੀ ਦਲ ਦੀਆਂ ਵੱਧ ਗਈਆਂ, ਜਿਹੜੀਆਂ ਪਿਛਲੇ ਜਿੰਨੀਆਂ ਮਰਜ਼ੀ ਤੁਸੀਂ ਇਲੈਕਸ਼ਨ, ਭਾਵੇਂ ਤੁਸੀਂ MLA ਦੀ ਇਲੈਕਸ਼ਨਸ ਲਾਓ, ਭਾਵੇਂ ਤੁਸੀਂ ਨਗਰ ਨਿਗਮ ਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਪਾਰਟੀ ਨੂੰ ਪਾਵਰ ਦੇ ਹੱਕ ਜਾਂਦੀਆਂ, ਪਰ ਉੱਥੇ ਕਾਂਗਰਸ ਦੇ ਕੈਂਡੀਡੇਟ ਜਿੱਤੇ ਸੀ ਉਦੋਂ ਵੀ ਜੀ, ਠੀਕ ਹੈ ਨਾ ਜੀ। ਤੇ ਉਹ ਬੂਥ ਜਿਹੜੇ ਨੇ ਉਹਨਾਂ ਵਿੱਚ ਐਤਕੀ ਕਮਾਲ ਹੋਇਆ, ਉਲਟ ਹੋਇਆ ਕਿ ਉੱਥੇ ਅਕਾਲੀ ਦਲ ਦੀਆਂ ਵੋਟਾਂ ਵਧੀਆਂ। ਔਰ ਦੂਜੀ ਗੱਲ ਤੁਹਾਨੂੰ ਮੈਂ ਇਹ ਦੱਸਦਾ ਕਿ ਉਦੋਂ ਪ੍ਰੋਫੈਸਰ ਚੰਦੂ ਮਾਜਰਾ ਨੇ ਮੋਦੀ ਦੀ ਵੱਡੀ ਫੋਟੋ ਕਰਕੇ ਲਗਾਈ ਤੇ ਨਰਿੰਦਰ ਮੋਦੀ ਦਾ ਚਿਹਰਾ ਦਿਖਾ ਕੇ ਭਾਜਪਾ ਦੇ ਉਸ ਲੀਡਰਸ਼ਿਪ ਦੇ ਨਾਂ ਤੇ ਇੱਥੇ ਵੋਟਾਂ ਮੰਗੀਆਂ ਜੀ।
ਬਟ ਹੁਣ ਹਾਲਾਤ ਕੁਝ ਚੇਂਜ ਜ਼ਰੂਰ ਨੇ। ਸ਼ਹਿਰ ਹੈ ਚਾਹੇ ਜੋ ਮਰਜ਼ੀ ਹੈ, ਪਰ ਇੱਥੇ ਕਿਸਾਨੀ ਨਾਲ ਹਮਦਰਦੀ ਰੱਖਣ ਵਾਲੇ ਲੋਕ ਬਹੁਤ ਨੇ। ਦੂਜੀ ਗੱਲ ਇਹ ਹੈ ਕਿ ਸੈਂਟਰ ਲੈਵਲ ਤੇ ਜਿਹੜਾ ਅੱਛਾ ਇੱਥੋਂ ਜਿਹੜਾ ਪ੍ਰਵਾਸੀ ਕਾਫੀ ਹੱਦ ਤੱਕ ਗਿਆ ਹੈ ਵਾਪਸ। ਜਿਹੜੀਆਂ ਵੋਟਾਂ ਭਾਜਪਾ ਦੀਆਂ ਸੀਗੀਆਂ ਉਹ ਕਲੋਨੀਆਂ ਦੀ ਜਿਹੜੀਆਂ ਵੋਟਾਂ ਨੇ ਉਹ ਪਤਾ ਨਹੀਂ ਨਗਰ ਨਿਗਮ ਦੇ ਵਿੱਚ ਉਹ ਪੈਣਗੀਆਂ ਵੀ ਕਿਹੜੀਆਂ ਕਲੋਨੀਆਂ ਸ਼ਾਮਲ ਕੀਤੀਆਂ ਗਈਆਂ, ਕਿਹੜੀਆਂ ਨਹੀਂ ਕੀਤੀਆਂ ਗਈਆਂ। ਅੱਜ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਇੱਥੇ ਉਦਮ ਸਿੰਘ ਕਲੋਨੀ ਉਹ ਹੈਗੀ ਹੈ ਵਿੱਚ। ਇਹਨਾਂ ਗੱਲਾਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਬੜਾ ਵੱਡਾ ਹੋਣਾ ਹੈ। ਭਾਰਤੀ ਜਨਤਾ ਪਾਰਟੀ ਨੂੰ ਕੈਂਡੀਡੇਟ ਮਿਲਣੇ ਵੀ ਔਖੇ ਹੋ ਜਾਣਗੇ। ਤੇ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੌਸਮ ਵੀ ਕਹੋ ਕਹਿੰਦੇ ਜਦੋਂ ਵੀ ਚੋਣ ਆਈ ਹੈ ਤਾਂ ਰੋਮਾਂਚਕ ਮਾਹੌਲ ਰਹਿੰਦਾ ਹੈ। ਗਰਮੀ ਆ ਜਾਂਦੀ ਹੈ, ਪਰ ਫਿਰ ਵੀ ਸਵਾਦ ਉਹੀ ਜੋ ਕਿ ਬਰਸਾਤ ਦੇ ਮੌਸਮ ਵਿੱਚ ਪਕੌੜਿਆਂ ਦਾ ਸਵਾਦ ਹੁੰਦਾ ਹੈ। ਅਸੀਂ ਵੀ ਉਹ ਪਕੌੜਿਆਂ ਦੀ ਚਰਚਾ ਫੇਰ ਮਿਲਾਂਗੇ। ਕੁਲਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਜੁੜੇ ਰਹੋ ਤੁਸੀਂ ਵੀ BSS ਨਿਊਜ਼ ਨਾਲ। ਧੰਨਵਾਦ।